ਸਵਾਗਤ ਹੈ। ਅੱਜ ਅਸੀਂ ਕਲਾਸ 12 ਬਾਇਓਲੋਜੀ ਦੇ ਇੱਕ ਬਹੁਤ ਹੀ ਪਾਵਰਫੁਲ ਚੈਪਟਰ 5 ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ ਦੀਆਂ ਗੁੰਝਲਾਂ ਨੂੰ ਸੁਲਝਾਵਾਂਗੇ। ਹਾਂਜੀ। ਸਾਡਾ ਮਕਸਦ ਇਸ ਚੈਪਟਰ ਨੂੰ ਇੱਕ YouTube ਮੈਂਟਰ ਵਾਂਗ ਬਹੁਤ ਹੀ ਸੌਖੀ ਪੰਜਾਬੀ ਅਤੇ ਇੰਗਲਿਸ਼ ਵਿੱਚ ਸਮਝਣਾ ਹੈ ਤਾਂ ਜੋ ਹਰ ਸਟੂਡੈਂਟ ਇਸ ਦੇ ਕਨਸੈਪਟਸ ਨੂੰ ਆਪਣੀ ਰੀਅਲ ਲਾਈਫ ਨਾਲ ਜੋੜ ਸਕੇ। ਬਿਲਕੁਲ। ਚਲੋ ਇਸ ਨੂੰ ਪਰਤ ਸਮਝਦੇ ਹਾਂ। ਬਿਲਕੁਲ। ਦੇਖੋ, ਇਹ ਚੈਪਟਰ ਜੈਨੇਟਿਕਸ ਦੀ ਫਾਊਂਡੇਸ਼ਨ ਯਾਨੀ ਨੀਂਹ ਹੈ। ਜੈਨੇਟਿਕਸ ਉਹ ਸਾਇੰਸ ਹੈ ਜੋ ਦੋ ਮੁੱਖ ਚੀਜ਼ਾਂ ਨੂੰ ਸਟੱਡੀ ਕਰਦੀ ਹੈ, ਇਨਹੈਰੀਟੈਂਸ ਯਾਨੀ ਵਿਰਾਸਤ ਅਤੇ ਵੇਰੀਏਸ਼ਨ ਯਾਨੀ ਵਿਭਿੰਨਤਾ। ਇਨਹੈਰੀਟੈਂਸ ਐਂਡ ਵੇਰੀਏਸ਼ਨ, ਠੀਕ ਹੈ। ਹਾਂ, ਇਨਹੈਰੀਟੈਂਸ ਉਹ ਪ੍ਰੋਸੈਸ ਹੈ ਜਿਸ ਨਾਲ ਕੈਰੈਕਟਰਸ ਮਤਲਬ ਗੁਣ ਪੈਰੈਂਟਸ ਟੂ ਪ੍ਰੋਜਨੀ ਯਾਨੀ ਬੱਚਿਆਂ ਤੱਕ ਟਰੈਵਲ ਕਰਦੇ ਹਨ। ਇਸੇ ਕਰਕੇ ਅਸੀਂ ਆਪਣੇ ਮਾਪਿਆਂ ਵਰਗੇ ਦਿਸਦੇ ਹਾਂ। ਐਗਜ਼ੈਕਟਲੀ। ਪਰ ਦੂਜੇ ਪਾਸੇ ਹੈ ਵੇਰੀਏਸ਼ਨ ਯਾਨੀ ਉਹ ਡਿਗਰੀ ਜਿਸ ਨਾਲ ਬੱਚੇ ਆਪਣੇ ਮਾਪਿਆਂ ਤੋਂ ਵੱਖਰੇ ਹੁੰਦੇ ਹਨ। ਅਸੀਂ ਐਗਜ਼ੈਕਟ ਕਾਪੀਜ਼ ਨਹੀਂ ਹੁੰਦੇ। ਇਹ ਸਵਾਲ ਬਹੁਤ ਪੁਰਾਣਾ ਹੈ ਕਿ ਅੰਬ ਦੇ ਬੀਜ ਤੋਂ ਅੰਬ ਦਾ ਪੌਦਾ ਹੀ ਕਿਉਂ ਉੱਗਦਾ ਹੈ, ਪਰ ਹਰ ਅੰਬ ਦਾ ਸਵਾਦ ਥੋੜਾ ਵੱਖਰਾ ਕਿਉਂ ਹੁੰਦਾ ਹੈ? ਅਤੇ ਇਸ ਪੂਰੀ ਕਹਾਣੀ ਦਾ ਸਭ ਤੋਂ ਵੱਡਾ ਹੀਰੋ ਹੈ ਇੱਕ ਅਜਿਹਾ ਨਾਮ ਜਿਸ ਤੋਂ ਬਿਨਾਂ ਜੈਨੇਟਿਕਸ ਦੀ ਗੱਲ ਸ਼ੁਰੂ ਹੀ ਨਹੀਂ ਹੋ ਸਕਦੀ, ਜੋਹਾਨ ਗ੍ਰੈਗੋਰ ਮੈਂਡਲ। ਹਾਂਜੀ, ਦ ਫਾਦਰ ਆਫ ਜੈਨੇਟਿਕਸ। ਬਿਲਕੁਲ, ਜੈਨੇਟਿਕਸ ਦਾ ਪਿਤਾਮਾ। ਇਹਨਾਂ ਨੇ 1856 ਤੋਂ 1863 ਤੱਕ ਲਗਭਗ 7 ਸਾਲ ਮਟਰ ਦੇ ਪੌਦਿਆਂ ਯਾਨੀ ਗਾਰਡਨ ਪੀਜ਼ ਤੇ ਹਾਈਬ੍ਰਿਡਾਈਜੇਸ਼ਨ ਐਕਸਪੈਰੀਮੈਂਟਸ ਕੀਤੇ। ਹਾਂ, ਅਤੇ ਇੱਥੇ ਸਭ ਤੋਂ ਪਹਿਲਾ ਸਵਾਲ ਇਹੀ ਉੱਠਦਾ ਹੈ ਕਿ ਮੈਂਡਲ ਨੇ ਮਟਰ ਦੇ ਪੌਦੇ ਹੀ ਕਿਉਂ ਚੁਣੇ, ਕੋਈ ਹੋਰ ਪੌਦਾ ਕਿਉਂ ਨਹੀਂ? ਸਹੀ ਗੱਲ ਹੈ। ਇਸ ਦੇ ਪਿੱਛੇ ਬਹੁਤ ਹੀ ਸੋਚੀ ਸਮਝੀ ਸਟ੍ਰੈਟੇਜੀ ਸੀ। ਸਭ ਤੋਂ ਵੱਡਾ ਕਾਰਨ ਸੀ ਕੰਟਰਾਸਟਿੰਗ ਫੀਚਰਸ। ਕੰਟਰਾਸਟਿੰਗ ਫੀਚਰਸ? ਹਾਂ, ਮਟਰਾਂ ਦੇ ਪੌਦਿਆਂ ਵਿੱਚ ਕਈ ਗੁਣ ਯਾਨੀ ਟ੍ਰੇਟਸ ਬਿਲਕੁਲ ਸਾਫ਼-ਸਾਫ਼ ਦੋ ਆਪੋਜ਼ਿਟ ਫਾਰਮਸ ਵਿੱਚ ਮਿਲਦੇ ਸਨ, ਕੋਈ ਵਿਚਕਾਰਲਾ ਰਸਤਾ ਨਹੀਂ ਸੀ। ਅੱਛਾ। ਜਿਵੇਂ ਪੌਦਾ ਜਾਂ ਤਾਂ ਲੰਮਾ ਟੌਲ ਸੀ ਜਾਂ ਫਿਰ ਛੋਟਾ ਡਵਾਰਫ, ਬੀਜ ਜਾਂ ਤਾਂ ਪੂਰਾ ਗੋਲ ਰਾਉਂਡ ਸੀ ਜਾਂ ਫਿਰ ਚੁਰਣੀਆਂ ਵਾਲਾ ਰਿੰਕਲਡ। ਬਹੁਤ ਸਾਫ਼-ਸਾਫ਼ ਦਿਸਦੇ ਸਨ, ਬਲੈਕ ਐਂਡ ਵਾਈਟ ਵਾਂਗ। ਮੇਰਾ ਅੰਦਾਜ਼ਾ ਹੈ ਕਿ ਦੂਜਾ ਕਾਰਨ ਇਹਨਾਂ ਨੂੰ ਕੰਟਰੋਲ ਕਰਨ ਦੀ ਸੌਖ ਨਾਲ ਜੁੜਿਆ ਹੋਵੇਗਾ। ਸਹੀ। ਮਤਲਬ ਕਿ ਉਹ ਇਹਨਾਂ ਦੀ ਬਰੀਡਿੰਗ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦਾ ਸੀ। ਤੁਸੀਂ ਬਿਲਕੁਲ ਸਹੀ ਪੁਆਇੰਟ ਤੇ ਆਏ ਹੋ। ਇਹੀ ਦੂਜਾ ਅਤੇ ਤੀਜਾ ਕਾਰਨ ਸੀ। ਮਟਰ ਦੇ ਫੁੱਲ ਨੈਚੁਰਲੀ ਸੈਲਫ ਪੋਲੀਨੇਟ ਕਰਦੇ ਹਨ ਕਿਉਂਕਿ ਉਹ ਬਾਈਸੈਕਸ਼ੂਅਲ ਹੁੰਦੇ ਹਨ। ਅੱਛਾ, ਮੇਲ ਤੇ ਫੀਮੇਲ ਪਾਰਟਸ ਇੱਕੋ ਫੁੱਲ ਵਿੱਚ। ਹਾਂ, ਇਸ ਨਾਲ ਪਿਓਰ ਲਾਈਨਸ ਯਾਨੀ ਅਜਿਹੇ ਪੌਦੇ ਜੋ ਪੀੜ੍ਹੀ ਦਰ ਪੀੜ੍ਹੀ ਇੱਕੋ ਜਿਹੇ ਗੁਣ ਦਿਖਾਉਂਦੇ ਹਨ ਨੂੰ ਮੇਨਟੇਨ ਕਰਨਾ ਆਸਾਨ ਸੀ। ਪਰ ਨਾਲ ਹੀ ਮੈਂਡਲ ਲੋੜ ਪੈਣ ਤੇ ਕ੍ਰਾਸ ਪੋਲੀਨੇਸ਼ਨ ਵੀ ਕਰਵਾ ਸਕਦਾ ਸੀ। ਉਹ ਕਿਵੇਂ? ਕੀ ਕਹਿੰਦੇ ਨੇ, ਇਮੈਸਕਿਊਲੇਸ਼ਨ ਨਾਂ ਦੀ ਟੈਕਨੀਕ ਵਰਤਦਾ ਸੀ, ਜਿਸ ਵਿੱਚ ਉਹ ਫੁੱਲ ਦੇ ਮੇਲ ਪਾਰਟ ਯਾਨੀ ਐਂਥਰ ਨੂੰ ਕੱਟ ਦਿੰਦਾ ਸੀ ਤਾਂ ਜੋ ਸੈਲਫ ਪੋਲੀਨੇਸ਼ਨ ਨੂੰ ਰੋਕ ਸਕੇ। ਤੇ ਫਿਰ ਕਿਸੇ ਦੂਜੇ ਮਨਚਾਹੇ ਪੌਦੇ ਦੇ ਪੋਲਨ ਨੂੰ ਉਸ ਤੇ ਛਿੜਕ ਦਿੰਦਾ ਸੀ, ਯਾਨੀ ਪੂਰਾ ਕੰਟਰੋਲ ਉਸ ਦੇ ਹੱਥ ਵਿੱਚ ਸੀ। ਤੇ ਇੱਕ ਪ੍ਰੈਕਟੀਕਲ ਕਾਰਨ ਵੀ ਹੋਵੇਗਾ ਮੇਰੇ ਖਿਆਲ ਵਿੱਚ, ਜੇ ਉਹ ਕਿਸੇ ਵੱਡੇ ਦਰਖਤ ਤੇ ਐਕਸਪੈਰੀਮੈਂਟ ਕਰਦਾ ਤਾਂ ਨਤੀਜੇ ਦੇਖਣ ਲਈ ਸ਼ਾਇਦ ਉਸ ਨੂੰ ਸਾਲਾਂ ਬੱਧੀ ਇੰਤਜ਼ਾਰ ਕਰਨਾ ਪੈਂਦਾ। ਐਗਜ਼ੈਕਟਲੀ। ਇਹੀ ਚੌਥਾ ਵੱਡਾ ਐਡਵਾਂਟੇਜ ਸੀ, ਇਹਨਾਂ ਦਾ ਸ਼ਾਰਟ ਲਾਈਫ ਸਪੈਨ। ਮਟਰ ਦਾ ਪੌਦਾ ਆਪਣਾ ਲਾਈਫ ਸਾਈਕਲ ਕੁਝ ਮਹੀਨਿਆਂ ਵਿੱਚ ਪੂਰਾ ਕਰ ਲੈਂਦਾ ਹੈ ਅਤੇ ਇੱਕੋ ਵਾਰ ਵਿੱਚ ਸੈਂਕੜੇ ਬੀਜ ਪੈਦਾ ਕਰਦਾ ਹੈ। ਤਾਂ ਥੋੜੇ ਸਮੇਂ ਵਿੱਚ ਜ਼ਿਆਦਾ ਡਾਟਾ। ਬਿਲਕੁਲ। ਇਸ ਦਾ ਮਤਲਬ ਸੀ ਕਿ ਮੈਂਡਲ ਥੋੜੇ ਸਮੇਂ ਵਿੱਚ ਕਈ ਜਨਰੇਸ਼ਨਸ ਦੀ ਸਟੱਡੀ ਕਰ ਸਕਦਾ ਸੀ ਅਤੇ ਉਸ ਕੋਲ ਐਨਾਲਾਈਜ਼ ਕਰਨ ਲਈ ਬਹੁਤ ਵੱਡਾ ਡਾਟਾ ਸੈਂਪਲ ਹੁੰਦਾ ਸੀ। ਇੱਥੇ ਮੈਂ ਪੜ੍ਹਿਆ ਸੀ ਕਿ ਮੈਂਡਲ ਦਾ ਅਪਰੋਚ ਉਸ ਸਮੇਂ ਦੇ ਬਾਕੀ ਵਿਗਿਆਨੀਆਂ ਤੋਂ ਬਿਲਕੁਲ ਵੱਖਰਾ ਸੀ। ਇੱਕਦਮ ਕ੍ਰਾਂਤੀਕਾਰੀ। ਦੇਖੋ, ਉਸ ਵੇਲੇ ਬਾਇਓਲੋਜੀ ਸਿਰਫ ਆਬਜ਼ਰਵੇਸ਼ਨ ਦੀ ਗੇਮ ਸੀ, ਚੀਜ਼ਾਂ ਨੂੰ ਦੇਖਣਾ ਅਤੇ ਡਿਸਕ੍ਰਾਈਬ ਕਰਨਾ। ਹਾਂਜੀ। ਪਰ ਮੈਂਡਲ ਨੇ ਪਹਿਲੀ ਵਾਰ ਬਾਇਓਲੋਜੀ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਲਈ ਸਟੈਟਿਸਟੀਕਲ ਐਨਾਲਿਸਿਸ ਅਤੇ ਮੈਥਮੈਟਿਕਲ ਲੌਜਿਕ ਨੂੰ ਸ਼ਾਮਿਲ ਕੀਤਾ। ਅੱਛਾ। ਉਸਨੇ ਸਿਰਫ ਇਹ ਨਹੀਂ ਦੇਖਿਆ ਕਿ ਕੁਝ ਪੌਦੇ ਲੰਬੇ ਹਨ ਅਤੇ ਕੁਝ ਛੋਟੇ, ਉਸਨੇ ਉਹਨਾਂ ਨੂੰ ਗਿਣਿਆ। ਉਸਨੇ ਹਰ ਜਨਰੇਸ਼ਨ ਵਿੱਚ ਹਰ ਟ੍ਰੇਟ ਦੀ ਗਿਣਤੀ ਕੀਤੀ, ਰੇਸ਼ੋਜ਼ ਕੱਢੇ। ਵਾਹ। ਉਸਦੇ ਵੱਡੇ ਸੈਂਪਲ ਸਾਈਜ਼ ਨੇ ਉਸਦੇ ਨਤੀਜਿਆਂ ਨੂੰ ਇੱਕ ਇਹੋ ਜਿਹੀ ਕ੍ਰੈਡੀਬਿਲਿਟੀ ਦਿੱਤੀ ਜੋ ਉਸ ਤੋਂ ਪਹਿਲਾਂ ਕਿਸੇ ਕੋਲ ਨਹੀਂ ਸੀ। ਇੱਕ ਤਰ੍ਹਾਂ ਨਾਲ ਉਸਨੇ ਬਾਇਓਲੋਜੀ ਨੂੰ ਇੱਕ ਡਿਸਕ੍ਰਿਪਟਿਵ ਸਾਇੰਸ ਤੋਂ ਇੱਕ ਕੁਆਂਟੀਟੇਟਿਵ ਸਾਇੰਸ ਵਿੱਚ ਬਦਲ ਦਿੱਤਾ। ਤਾਂ ਮੈਂਡਲ ਨੇ ਮਟਰ ਦੇ ਪੌਦਿਆਂ ਨੂੰ ਬੜੇ ਚਲਾਕੀ ਨਾਲ ਚੁਣਿਆ, ਪੂਰੇ ਕੰਟਰੋਲ ਨਾਲ ਐਕਸਪੈਰੀਮੈਂਟਸ ਕੀਤੇ ਅਤੇ ਬਹੁਤ ਸਾਰਾ ਡੇਟਾ ਇਕੱਠਾ ਕੀਤਾ। ਪਰ ਇਸ ਸਾਰੇ ਡੇਟਾ ਤੋਂ ਉਸਨੇ ਸਿੱਟਾ ਕੀ ਕੱਢਿਆ? ਉਸਦੇ ਉਹ ਕਿਹੜੇ ਨਿਯਮ ਸਨ ਜਿਨ੍ਹਾਂ ਨੇ ਜੈਨੇਟਿਕਸ ਦੀ ਪੂਰੀ ਨੀਂਹ ਰੱਖ ਦਿੱਤੀ? ਉਸਨੇ ਮੁੱਖ ਤੌਰ ਤੇ ਦੋ ਨਿਯਮ ਦਿੱਤੇ ਜਿਨ੍ਹਾਂ ਨੂੰ ਅਸੀਂ ਅੱਜ ਮੈਂਡਲਸ ਲਾਜ਼ ਆਫ ਇਨਹੈਰੀਟੈਂਸ ਕਹਿੰਦੇ ਹਾਂ। ਪਹਿਲਾ ਹੈ ਲਾਅ ਆਫ ਡੋਮੀਨੈਂਸ।
ਫੈਕਟਰਸ ਨੂੰ ਫੈਕਟਰਸ ਨਾਂ ਦੀਆਂ ਡਿਸਕ੍ਰੀਟ ਯੂਨਿਟਸ ਕੰਟਰੋਲ ਕਰਦੀਆਂ ਹਨ, ਜਿਨ੍ਹਾਂ ਨੂੰ ਅੱਜਕੱਲ ਅਸੀਂ ਜੀਨਸ ਕਹਿੰਦੇ ਹਾਂ। ਠੀਕ। ਇਹ ਫੈਕਟਰਸ ਹਮੇਸ਼ਾ ਪੇਅਰਸ ਵਿੱਚ ਹੁੰਦੇ ਹਨ। ਲਾਅ ਆਫ ਡੋਮੀਨੈਂਸ ਇਹ ਕਹਿੰਦਾ ਹੈ ਕਿ ਜਦੋਂ ਇੱਕ ਡਿਸਿਮਿਲਰ ਪੇਅਰ ਆਫ ਫੈਕਟਰਸ ਯਾਨੀ ਦੋ ਵੱਖ-ਵੱਖ ਐਲੀਲਸ ਇਕੱਠੇ ਹੁੰਦੇ ਹਨ ਤਾਂ ਸਿਰਫ ਇੱਕ ਹੀ ਆਪਣੇ ਆਪ ਨੂੰ ਐਕਸਪ੍ਰੈਸ ਕਰ ਪਾਉਂਦਾ ਹੈ। ਅੱਛਾ, ਇੱਕ ਦੂਜੇ ਤੇ ਭਾਰੀ ਪੈ ਜਾਂਦਾ ਹੈ। ਬਿਲਕੁਲ, ਉਸ ਨੂੰ ਡੋਮੀਨੈਂਟ ਐਲੀਲ ਪ੍ਰਭਾਵੀ ਕਿਹਾ ਜਾਂਦਾ ਹੈ ਅਤੇ ਦੂਜਾ ਜੋ ਛੁਪ ਜਾਂਦਾ ਹੈ ਉਸ ਨੂੰ ਰਿਸੈਸਿਵ ਐਲੀਲ ਅਪ੍ਰਭਾਵੀ ਕਹਿੰਦੇ ਹਾਂ। ਇਸ ਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਮੰਨ ਲਓ ਇੱਕ ਪਿਓਰ ਟਾਲ ਪੌਦਾ ਜਿਸ ਦਾ ਜੀਨੋਟਾਈਪ TT ਹੈ ਨੂੰ ਇੱਕ ਪਿਓਰ ਡਵਾਰਫ ਪੌਦਾ ਜੀਨੋਟਾਈਪ TT ਨਾਲ ਕ੍ਰਾਸ ਕਰਵਾਇਆ। ਹਾਂਜੀ। ਤਾਂ ਜਿਹੜੀ F1 ਜਨਰੇਸ਼ਨ ਬਣੀ ਉਸ ਦੇ ਸਾਰੇ ਪੌਦਿਆਂ ਵਿੱਚ ਇੱਕ T ਐਲੀਲ ਪਿਤਾ ਤੋਂ ਅਤੇ ਇੱਕ T ਐਲੀਲ ਮਾਤਾ ਤੋਂ ਆਇਆ। ਤਾਂ ਸਭ ਦਾ ਜੀਨੋਟਾਈਪ ਹੋਇਆ TT। ਸਹੀ। ਹੁਣ ਲਾਅ ਆਫ ਡੋਮੀਨੈਂਸ ਦੇ ਮੁਤਾਬਿਕ ਭਾਵੇਂ T ਮਤਲਬ ਡਵਾਰਫਿਜ਼ਮ ਦਾ ਐਲੀਲ ਮੌਜੂਦ ਹੈ ਪਰ T ਟਾਲਨੈਸ ਦਾ ਐਲੀਲ ਉਸ ਤੇ ਡੋਮੀਨੈਂਟ ਹੈ ਯਾਨੀ ਭਾਰੀ ਹੈ। ਹਾਂ, ਇਸ ਲਈ F1 ਜਨਰੇਸ਼ਨ ਦੇ ਸਾਰੇ ਪੌਦੇ ਲੰਬੇ ਹੋਣਗੇ। ਛੋਟੇ ਕੱਦ ਦਾ ਟ੍ਰੇਟ ਛੁਪ ਗਿਆ ਪਰ ਗਾਇਬ ਨਹੀਂ ਹੋਇਆ। ਇੱਥੇ ਹੀ ਹੋਮੋਜ਼ਾਈਗਸ ਅਤੇ ਹੈਟਰੋਜ਼ਾਈਗਸ ਦਾ ਕਨਸੈਪਟ ਆਉਂਦਾ ਹੈ। ਹੋਮੋਜ਼ਾਈਗਸ ਮਤਲਬ ਦੋਵੇਂ ਐਲੀਲਸ ਇੱਕੋ ਜਿਹੇ ਜਿਵੇਂ TT ਜਾਂ TT ਤੇ ਹੈਟਰੋਜ਼ਾਈਗਸ ਮਤਲਬ ਵੱਖ-ਵੱਖ ਜਿਵੇਂ TT। ਬਿਲਕੁਲ। ਇਸ ਦਾ ਮਤਲਬ ਰਿਸੈਸਿਵ ਟ੍ਰੇਟ F1 ਜਨਰੇਸ਼ਨ ਵਿੱਚ ਸਿਰਫ ਆਪਣੀ ਪ੍ਰੈਜ਼ੈਂਸ ਲੁਕਾ ਲੈਂਦਾ ਹੈ ਪਰ ਉਹ ਅੱਗੇ ਜਾਣ ਲਈ ਤਿਆਰ ਰਹਿੰਦਾ ਹੈ, ਉਹ ਖਤਮ ਨਹੀਂ ਹੁੰਦਾ। ਬਿਲਕੁਲ, ਅਤੇ ਇਹੀ ਗੱਲ ਸਾਨੂੰ ਦੂਜੇ ਲਾਅ ਵੱਲ ਲੈ ਕੇ ਜਾਂਦੀ ਹੈ, ਲਾਅ ਆਫ ਸੈਗਰੀਗੇਸ਼ਨ, ਵਿਛੋੜੇ ਦਾ ਨਿਯਮ। ਹਾਂ, ਇਹ ਲਾਅ ਕਹਿੰਦਾ ਹੈ ਕਿ ਅਲੀਲਸ ਆਪਸ ਵਿੱਚ ਕਦੀ ਵੀ ਬਲੈਂਡ ਯਾਨੀ ਮਿਕਸ ਨਹੀਂ ਹੁੰਦੇ, ਉਹ ਆਪਣੀ ਆਇਡੈਂਟੀਟੀ ਬਣਾ ਕੇ ਰੱਖਦੇ ਹਨ। ਜਦੋਂ ਇੱਕ ਆਰਗੇਨਿਜ਼ਮ ਗੈਮੀਟਸ ਬਣਾਉਂਦਾ ਹੈ, ਸਪਰਮ ਜਾਂ ਐਗ ਸੈਲਸ, ਹਾਂ ਸਪਰਮ ਜਾਂ ਐਗ ਸੈਲਸ, ਤਾਂ ਅਲੀਲ ਦਾ ਜੋੜਾ ਇੱਕ ਦੂਜੇ ਤੋਂ ਵੱਖ ਹੋ ਜਾਂਦਾ ਹੈ ਯਾਨੀ ਸੈਗਰੀਗੇਟ ਹੋ ਜਾਂਦਾ ਹੈ। ਅੱਛਾ। ਹਰ ਗੈਮੀਟ ਨੂੰ ਜੋੜੇ ਵਿੱਚੋਂ ਸਿਰਫ ਇੱਕ ਹੀ ਐਲੀਲ ਮਿਲਦਾ ਹੈ। ਇਸ ਨੂੰ ਲਾਅ ਆਫ ਪਿਓਰਿਟੀ ਆਫ ਗੈਮੀਟਸ ਵੀ ਕਹਿੰਦੇ ਹਨ ਕਿਉਂਕਿ ਹਰ ਗੈਮੀਟ ਇੱਕ ਟ੍ਰੇਟ ਲਈ ਪਿਓਰ ਹੁੰਦਾ ਹੈ। ਤਾਂ ਜਦੋਂ ਸਾਡਾ TT ਜੀਨੋਟਾਈਪ ਵਾਲਾ F1 ਪੌਦਾ ਗੈਮੀਟਸ ਬਣਾਏਗਾ ਤਾਂ 50% ਗੈਮੀਟਸ ਵਿੱਚ T ਐਲੀਲ ਜਾਵੇਗਾ ਅਤੇ ਬਾਕੀ 50% ਵਿੱਚ T ਐਲੀਲ ਜਾਵੇਗਾ। ਐਗਜ਼ੈਕਟਲੀ, ਦੋਵੇਂ ਵੱਖਰਾ ਹੋ ਗਏ। ਹਾਂਜੀ। ਹੁਣ ਸੋਚੋ ਕੀ ਹੁੰਦਾ ਹੈ ਜਦੋਂ ਅਸੀਂ ਇਸ F1 ਜਨਰੇਸ਼ਨ ਦੇ ਪੌਦਿਆਂ ਦੀ ਸੈਲਫ ਪੋਲੀਨੇਸ਼ਨ ਕਰਵਾਉਂਦੇ ਹਾਂ। ਓਕੇ। ਮੇਲ ਸਾਈਡ ਤੋਂ ਵੀ T ਅਤੇ T ਵਾਲੇ ਗੈਮੀਟਸ ਆ ਰਹੇ ਹਨ ਅਤੇ ਫੀਮੇਲ ਸਾਈਡ ਤੋਂ ਵੀ। ਜਦੋਂ ਇਹ ਰੈਂਡਮਲੀ ਕੰਬਾਈਨ ਹੁੰਦੇ ਹਨ ਤਾਂ ਪ੍ਰੋਬੇਬਿਲਿਟੀ ਦੇ ਹਿਸਾਬ ਨਾਲ 4 ਵਿੱਚੋਂ ਇੱਕ ਵਾਰੀ T ਵਾਲਾ ਸਪਰਮ T ਵਾਲੇ ਐਗ ਨਾਲ ਫਿਊਜ਼ ਕਰਦਾ ਹੈ ਅਤੇ ਜੀਨੋਟਾਈਪ TT ਬਣ ਜਾਂਦਾ ਹੈ। ਤਾਂ ਰਿਸੈਸਿਵ ਟ੍ਰੇਟ ਵਾਪਸ ਆ ਗਿਆ। ਹਾਂ, ਇੱਥੇ ਛੁਪਿਆ ਹੋਇਆ ਰਿਸੈਸਿਵ ਟ੍ਰੇਟ ਦੁਬਾਰਾ ਸਾਹਮਣੇ ਆ ਜਾਂਦਾ ਹੈ ਅਤੇ ਪੌਦਾ ਛੋਟਾ ਹੁੰਦਾ ਹੈ। ਇਸੇ ਕਰਕੇ F2 ਜਨਰੇਸ਼ਨ ਵਿੱਚ ਸਾਨੂੰ ਟਾਲ ਅਤੇ ਡਵਾਰਫ ਪੌਦਿਆਂ ਦੀ ਇੱਕ ਬਹੁਤ ਹੀ ਕੰਸਿਸਟੈਂਟ 3.1 ਫੀਨੋਟਿਪਿਕ ਰੇਸ਼ੋ ਮਿਲਦੀ ਹੈ। ਮੈਨੂੰ ਲੱਗਦਾ ਹੈ ਕਿ ਇਸ ਵਿੱਚ ਹੋਰ ਵੀ ਕੁਝ ਹੋਵੇਗਾ। ਇਹ ਬਹੁਤ ਵਧੀਆ ਸਵਾਲ ਹੈ ਅਤੇ ਇਸ ਦਾ ਜਵਾਬ ਹੈ ਨਹੀਂ। ਅੱਛਾ। ਵਿਰਾਸਤ ਹਮੇਸ਼ਾ ਇੰਨੀ ਸਿੰਪਲ ਨਹੀਂ ਹੁੰਦੀ। ਮੈਂਡਲ ਦੇ ਕੰਮ ਤੋਂ ਬਾਅਦ ਵਿਗਿਆਨੀਆਂ ਨੇ ਦੇਖਿਆ ਕਿ ਕਈ ਵਾਰ F1 ਜਨਰੇਸ਼ਨ ਨਾ ਤਾਂ ਇੱਕ ਪੇਰੈਂਟ ਵਰਗੀ ਹੁੰਦੀ ਹੈ ਨਾ ਦੂਜੇ ਵਰਗੀ, ਬਲਕਿ ਵਿਚਕਾਰ ਦੀ। ਹਾਂ, ਜਾਂ ਤਾਂ ਵਿਚਕਾਰ ਦੀ ਹੁੰਦੀ ਹੈ ਤੇ ਕਈ ਵਾਰ ਉਹ ਦੋਵਾਂ ਵਰਗੀ ਹੁੰਦੀ ਹੈ। ਇਸ ਦੀ ਸਭ ਤੋਂ ਵਧੀਆ ਐਗਜ਼ਾਮਪਲ ਹੈ ਕੋ-ਡੋਮੀਨੈਂਸ। ਕੋ-ਡੋਮੀਨੈਂਸ, ਕੋ ਮਤਲਬ ਕੋਆਪਰੇਟ ਕਰਨਾ, ਯਾਨੀ ਦੋਨੋਂ ਐਲੀਲਸ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਇੱਕ ਤਰ੍ਹਾਂ ਨਾਲ ਹਾਂ, ਕੋ-ਡੋਮੀਨੈਂਸ ਵਿੱਚ ਹੈਟਰੋਜ਼ਾਈਗਸ ਕੰਡੀਸ਼ਨ ਵਿੱਚ ਦੋਵੇਂ ਐਲੀਲਸ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਰਾਬਰ ਐਕਸਪ੍ਰੈਸ ਕਰਦੇ ਹਨ। ਕੋਈ ਵੀ ਦੂਜੇ ਨੂੰ ਦਬਾਉਂਦਾ ਨਹੀਂ, ਦੋਵੇਂ ਆਪਣਾ ਪ੍ਰਭਾਵ ਦਿਖਾਉਂਦੇ ਹਨ। ਇਸ ਦੀ ਕੋਈ ਰੀਅਲ ਲਾਈਫ ਐਗਜ਼ਾਮਪਲ? ਬਿਲਕੁਲ, ਇਸ ਨੂੰ ਸਮਝਣ ਲਈ ਸਭ ਤੋਂ ਵਧੀਆ ਰੀਅਲ ਲਾਈਫ ਐਗਜ਼ਾਮਪਲ ਹੈ ਸਾਡਾ ABO ਬਲੱਡ ਗਰੁੱਪਿੰਗ ਸਿਸਟਮ। ਅੱਛਾ, ਬਲੱਡ ਗਰੁੱਪਸ। ਇਹ ਤਾਂ ਅਸੀਂ ਸਾਰੇ ਰੋਜ਼ਾਨਾ ਜ਼ਿੰਦਗੀ ਵਿੱਚ ਸੁਣਦੇ ਹਾਂ, A+, O-। ਮੈਂ ਹਮੇਸ਼ਾ ਸੋਚਦਾ ਸੀ ਕਿ ਕਿਵੇਂ ਕੰਮ ਕਰਦਾ ਹੈ। ਕਿ ਇਹ ਵੀ ਮੈਂਡਲ ਦੇ ਟਾਲ ਡਵਾਰਫ ਪੌਦਿਆਂ ਵਾਂਗੀ ਹੈ? ਇਹ ਉਸ ਤੋਂ ਥੋੜਾ ਕੰਪਲੈਕਸ ਹੈ। ਸਾਡੇ ਬਲੱਡ ਗਰੁੱਪ ਨੂੰ ਇੱਕ ਜੀਨ ਕੰਟਰੋਲ ਕਰਦਾ ਹੈ, ਪਰ ਇਸ ਜੀਨ ਦੇ 2 ਨਹੀਂ ਬਲਕਿ 3 ਅਲੀਲਸ ਹਨ, IA, IB ਅਤੇ I। 3, ਓਕੇ। ਹਾਂ, ਇਸ ਨੂੰ ਮਲਟੀਪਲ ਅਲੀਲਿਜ਼ਮ ਕਹਿੰਦੇ ਹਨ। ਹੁਣ ਕਿਸੇ ਵੀ ਇੰਡੀਵਿਜੂਅਲ ਵਿੱਚ ਇਹਨਾਂ ਤਿੰਨਾਂ ਵਿੱਚੋਂ ਕੋਈ 2 ਅਲੀਲਸ ਹੀ ਹੋ ਸਕਦੇ ਹਨ। ਹੁਣ ਦੇਖੋ, IA ਐਂਡ IB ਦੋਵੇਂ I ਤੇ ਡੋਮੀਨੈਂਟ ਹਨ। ਠੀਕ ਹੈ। ਪਰ ਜਦੋਂ IA ਐਂਡ IB ਇੱਕ ਦੂਜੇ ਨਾਲ ਆਉਂਦੇ ਹਨ ਤਾਂ ਉਹ ਕੋ-ਡੋਮੀਨੈਂਟ ਹੁੰਦੇ ਹਨ। ਅੱਛਾ। ਜਦੋਂ ਕਿਸੇ ਦਾ ਜੀਨੋਟਾਈਪ IA IB ਹੁੰਦਾ ਹੈ ਤਾਂ ਨਾ ਤਾਂ A ਜਿੱਤਦਾ ਹੈ ਨਾ B, ਦੋਵੇਂ ਐਕਸਪ੍ਰੈਸ ਹੁੰਦੇ ਹਨ ਅਤੇ ਉਸ ਦਾ ਬਲੱਡ ਗਰੁੱਪ AB ਬਣਦਾ ਹੈ। ਤਾਂ ਦੋਵੇਂ A ਤੇ B ਸ਼ੂਗਰਸ ਮੌਜੂਦ ਹੁੰਦੀਆਂ ਹਨ।
ਹਾਂ, ਉਸ ਤੇ ਰੈੱਡ ਬਲੱਡ ਸੈਲਸ ਦੀ ਸਰਫੇਸ ਤੇ ਦੋਵੇਂ ਤਰ੍ਹਾਂ ਦੀਆਂ ਸ਼ੂਗਰਸ ਮੌਜੂਦ ਹੁੰਦੀਆਂ ਹਨ। ਐਲੀਲ ਆਏ ਕੋਈ ਸ਼ੂਗਰ ਨਹੀਂ ਬਣਾਉਂਦਾ, ਇਸ ਲਈ ਉਹ ਰਿਸੈਸਿਵ ਹੈ। ਬਲੱਡ ਗਰੁੱਪ ਉਹ ਸਿਰਫ ਉਦੋਂ ਹੁੰਦਾ ਜਦੋਂ ਜੀਨੋਟਾਈਪ ਆਏ ਹੋਵੇ। ਇਹ ਤਾਂ ਬਹੁਤ ਫੈਸਿਲਿਟਿੰਗ ਹੈ। ਇਸ ਦਾ ਮਤਲਬ ਜੈਨੇਟਿਕਸ ਦੇ ਨਿਯਮ ਸਿਰਫ ਪੌਦਿਆਂ ਤੱਕ ਸੀਮਿਤ ਨਹੀਂ ਹਨ। ਮੈਂਡਲ ਨੇ ਪੌਦਿਆਂ ਤੇ ਕੰਮ ਕੀਤਾ, ਪਰ ਫਿਰ ਟੀ.ਐਚ. ਮੌਰਗਨ ਆਏ ਜਿਨ੍ਹਾਂ ਨੇ ਜਾਨਵਰਾਂ ਤੇ ਕੰਮ ਕਰਕੇ ਇਸ ਨੂੰ ਹੋਰ ਅੱਗੇ ਵਧਾਇਆ। ਹਾਂ, ਥਾਮਸ ਹੰਟ ਮੌਰਗਨ, ਅ ਟਰੂ ਜਾਇੰਟ ਆਫ ਜੈਨੇਟਿਕਸ। ਉਹਨਾਂ ਨੇ ਡਰੋਸੋਫਿਲਾ ਮੈਲੇਨੋਸਟ੍ਰੀਕਾ ਯਾਨੀ ਕਾਮਨ ਫਰੂਟ ਫਲਾਈ ਤੇ ਕੰਮ ਕੀਤਾ। ਫਰੂਟ ਫਲਾਈ ਕਿਉਂ? ਫਰੂਟ ਫਲਾਈ ਨੂੰ ਚੁਣਨ ਦੇ ਕਾਰਨ ਵੀ ਮੈਂਡਲ ਦੇ ਮਟਰਾਂ ਵਰਗੇ ਹੀ ਸਨ। ਛੋਟਾ ਲਾਈਫ ਸਾਈਕਲ, ਬਹੁਤ ਸਾਰੇ ਬੱਚੇ ਅਤੇ ਸਿੰਪਲ ਜੈਨੇਟਿਕ ਮੇਕਅਪ। ਮੌਰਗਨ ਨੇ ਕ੍ਰੋਮੋਸੋਮਲ ਥਿਊਰੀ ਆਫ ਇਨਹੈਰੀਟੈਂਸ ਨੂੰ ਐਕਸਪੈਰੀਮੈਂਟਲੀ ਵੈਰੀਫਾਈ ਕੀਤਾ। ਅੱਛਾ। ਇਹ ਥਿਊਰੀ, ਜਿਸ ਨੂੰ ਸਟਨ ਅਤੇ ਬੋਵਰੀ ਨੇ ਪ੍ਰਪੋਜ਼ ਕੀਤਾ ਸੀ, ਕਹਿੰਦੀ ਹੈ ਕਿ ਜੀਨਸ ਕ੍ਰੋਮੋਸੋਮਸ ਦੇ ਉੱਪਰ ਬੈਠੇ ਹੁੰਦੇ ਹਨ। ਮੌਰਗਨ ਨੇ ਆਪਣੇ ਕੰਮ ਨਾਲ ਲਿੰਕੇਜ ਅਤੇ ਰੀਕੰਬੀਨੇਸ਼ਨ ਦੇ ਕਨਸੈਪਟਸ ਦਿੱਤੇ। ਲਿੰਕੇਜ ਅਤੇ ਰੀਕੰਬੀਨੇਸ਼ਨ, ਇਹਨਾਂ ਦਾ ਕੀ ਮਤਲਬ ਹੈ? ਇਸ ਨੂੰ ਇੱਕ ਐਨਾਲੋਜੀ ਨਾਲ ਸਮਝੋ। ਲਿੰਕੇਜ ਦਾ ਮਤਲਬ ਹੈ ਜਦੋਂ ਦੋ ਜਾਂ ਦੋ ਤੋਂ ਵੱਧ ਜੀਨਸ ਇੱਕੋ ਕ੍ਰੋਮੋਸੋਮ ਤੇ ਫਿਜ਼ੀਕਲੀ ਬਹੁਤ ਨੇੜੇ-ਨੇੜੇ ਹੁੰਦੇ ਹਨ। ਜਿਵੇਂ ਇੱਕ ਬੱਸ ਵਿੱਚ ਦੋ ਦੋਸਤ ਇਕੱਠੇ ਬੈਠੇ ਹੋਣ। ਬਿਲਕੁਲ। ਤਾਂ ਜ਼ਿਆਦਾਤਰ ਚਾਂਸਸ ਹਨ ਕਿ ਉਹ ਇੱਕੋ ਸਟਾਪ ਤੇ ਇਕੱਠੇ ਹੀ ਉਤਰਨਗੇ। ਇਸੇ ਤਰ੍ਹਾਂ ਲਿੰਕਡ ਜੀਨਸ ਅਗਲੀ ਪੀੜ੍ਹੀ ਵਿੱਚ ਇਕੱਠੇ ਇਨਹੈਰਿਟ ਹੁੰਦੇ ਹਨ। ਤੇ ਰੀਕੰਬੀਨੇਸ਼ਨ? ਪਰ ਰੀਕੰਬੀਨੇਸ਼ਨ ਦਾ ਮਤਲਬ ਹੈ ਨਾਨ ਪੈਰੈਂਟਲ ਜੀਨ ਕੰਬੀਨੇਸ਼ਨਸ ਦਾ ਬਣਨਾ। ਇਹ ਉਦੋਂ ਹੁੰਦਾ ਹੈ ਜਦੋਂ ਲਿੰਕਡ ਜੀਨਸ ਮਿਓਸਿਸ ਦੌਰਾਨ ਵੱਖ ਹੋ ਜਾਂਦੇ ਹਨ। ਜਿਵੇਂ ਉਹ ਦੋਸਤ ਰਸਤੇ ਵਿੱਚ ਫੈਸਲਾ ਕਰਨ ਕਿ ਇੱਕ ਨੇ ਇਸ ਸਟਾਪ ਤੇ ਉਤਰਨਾ ਹੈ ਅਤੇ ਦੂਜੇ ਨੇ ਅਗਲੇ ਤੇ। ਤਾਂ ਨਵੇਂ ਕੰਬੀਨੇਸ਼ਨਸ ਬਣ ਗਏ। ਹਾਂ, ਜੋ ਵੇਰੀਏਸ਼ਨ ਦਾ ਇੱਕ ਬਹੁਤ ਵੱਡਾ ਸੋਰਸ ਹੈ। ਠੀਕ ਹੈ। ਹੁਣ ਤੱਕ ਅਸੀਂ ਨਾਰਮਲ ਇਨਹੈਰੀਟੈਂਸ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ ਗੁਣ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਜਾਂਦੇ ਹਨ। ਪਰ ਉਦੋਂ ਕੀ ਹੁੰਦਾ ਹੈ ਜਦੋਂ ਇਸ ਸਿਸਟਮ ਵਿੱਚ ਕੋਈ ਗੜਬੜ ਹੋ ਜਾਵੇ? ਜਦੋਂ ਸਾਡੀ ਡੀਐਨਏ ਵਿੱਚ, ਸਾਡੀ ਜੈਨੇਟਿਕ ਇਨਸਟਰਕਸ਼ਨ ਬੁੱਕ ਵਿੱਚ ਅਚਾਨਕ ਕੋਈ ਬਦਲਾਅ ਆ ਜਾਵੇ। ਉਸ ਨੂੰ ਮਿਊਟੇਸ਼ਨ ਕਹਿੰਦੇ ਹਨ। ਇਹ ਡੀਐਨਏ ਸੀਕੁਐਂਸ ਵਿੱਚ ਇੱਕ ਸਡਨ ਹੈਰੀਟੇਬਲ ਆਲਟਰੇਸ਼ਨ ਹੈ, ਮਤਲਬ ਇੱਕ ਅਚਾਨਕ ਵਿਰਾਸਤੀ ਤਬਦੀਲੀ। ਠੀਕ ਹੈ। ਇਹ ਇੱਕ ਸਿੰਗਲ ਨਿਊਕਲੀਓਟਾਈਡ ਤੋਂ ਲੈ ਕੇ ਕ੍ਰੋਮੋਸੋਮ ਦੇ ਇੱਕ ਵੱਡੇ ਸੈਗਮੈਂਟ ਤੱਕ ਹੋ ਸਕਦੀ ਹੈ। ਜ਼ਿਆਦਾਤਰ ਮਿਊਟੇਸ਼ਨਸ ਹਾਰਮਫੁਲ ਹੁੰਦੀਆਂ ਹਨ, ਪਰ ਕਦੇ-ਕਦੇ ਇਹ ਵੇਰੀਏਸ਼ਨ ਦਾ ਕਾਰਨ ਬਣਦੀਆਂ ਹਨ ਜੋ ਐਵੋਲੂਸ਼ਨ ਲਈ ਜ਼ਰੂਰੀ ਹੈ। ਇਹਨਾਂ ਮਿਊਟੇਸ਼ਨਸ ਦੀਆਂ ਕੁਝ ਕਾਮਨ ਟਾਈਪਸ ਕਿਹੜੀਆਂ ਹਨ? ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਵੇਂ ਪੁਆਇੰਟ ਮਿਊਟੇਸ਼ਨ, ਜਿਸ ਵਿੱਚ ਡੀਐਨਏ ਦਾ ਸਿਰਫ ਇੱਕ ਬੇਸ ਪੇਅਰ ਬਦਲਦਾ ਹੈ, ਪਰ ਦੋ ਹੋਰ ਬਹੁਤ ਖਤਰਨਾਕ ਹਨ, ਇਨਸਰਸ਼ਨਸ ਅਤੇ ਡਿਲੀਸ਼ਨਸ। ਉਹ ਐਡ ਹੋਣਾ ਜਾਂ ਹਟ ਜਾਣਾ। ਹਾਂ, ਇਹ ਦੋਵੇਂ ਫਰੇਮ ਸ਼ਿਫਟ ਮਿਊਟੇਸ਼ਨ ਦਾ ਕਾਰਨ ਬਣ ਸਕਦੀਆਂ ਹਨ। ਇਸ ਨੂੰ ਇੰਜ ਸਮਝੋ ਜਿਵੇਂ ਇੱਕ ਲਾਈਨ ਲਿਖੀ ਹੋਵੇ, "The fat cat ate the rat." ਠੀਕ। ਜੇ ਅਸੀਂ F ਨੂੰ ਡਿਲੀਟ ਕਰ ਦਈਏ ਤਾਂ ਪੂਰਾ ਰੀਡਿੰਗ ਫਰੇਮ ਸ਼ਿਫਟ ਹੋ ਜਾਵੇਗਾ ਅਤੇ ਕੰਪਿਊਟਰ ਇਸ ਨੂੰ ਪੜ੍ਹੇਗਾ, "The ATCAT ate her at." ਪੂਰਾ ਮਤਲਬ ਹੀ ਬਦਲ ਗਿਆ। ਬਿਲਕੁਲ। ਇਸੇ ਤਰ੍ਹਾਂ ਇੱਕ ਨਿਊਕਲੀਓਟਾਈਡ ਦੇ ਐਡ ਜਾਂ ਡਿਲੀਟ ਹੋਣ ਨਾਲ ਅੱਗੇ ਦੇ ਸਾਰੇ ਅਮੀਨੋ ਐਸਿਡਸ ਗਲਤ ਬਣ ਸਕਦੇ ਹਨ। ਅਤੇ ਇਹ ਮਿਊਟੇਸ਼ਨਸ ਕਈ ਵਾਰ ਜੈਨੇਟਿਕ ਡਿਸਆਰਡਰਸ ਦਾ ਕਾਰਨ ਬਣਦੀਆਂ ਹਨ। ਜੇ ਕਿਸੇ ਪਰਿਵਾਰ ਵਿੱਚ ਕੋਈ ਜੈਨੇਟਿਕ ਡਿਸਆਰਡਰ ਚੱਲ ਰਿਹਾ ਹੈ ਤਾਂ ਉਸ ਨੂੰ ਫੈਮਿਲੀਜ਼ ਵਿੱਚ ਟਰੈਕ ਕਿਵੇਂ ਕੀਤਾ ਜਾਂਦਾ ਹੈ? ਇਸ ਦੇ ਲਈ ਇੱਕ ਬਹੁਤ ਪਾਵਰਫੁਲ ਟੂਲ ਹੈ, ਪੈਡੀਗਰੀ ਐਨਾਲਿਸਿਸ। ਵੰਸ਼ਾਵਲੀ ਵਿਸ਼ਲੇਸ਼ਣ। ਹਾਂ, ਇਹ ਇੱਕ ਤਰ੍ਹਾਂ ਦਾ ਜੈਨੇਟਿਕ ਡਿਟੈਕਟਿਵ ਵਰਕ ਹੈ। ਪੈਡੀਗਰੀ ਐਨਾਲਿਸਿਸ ਵਿੱਚ ਕਿਸੇ ਖਾਸ ਟ੍ਰੇਟ ਜਾਂ ਬਿਮਾਰੀ ਦੀ ਇਨਹੈਰੀਟੈਂਸ ਨੂੰ ਇੱਕ ਫੈਮਿਲੀ ਟਰੀ ਦੇ ਰੂਪ ਵਿੱਚ ਕਈ ਜਨਰੇਸ਼ਨਸ ਤੱਕ ਸਟੱਡੀ ਕੀਤਾ ਜਾਂਦਾ ਹੈ। ਅੱਛਾ, ਇੱਕ ਚਾਰਟ ਲੰਗ। ਹਾਂ, ਜਿਸ ਵਿੱਚ ਸਟੈਂਡਰਡ ਸਿੰਬਲਸ ਵਰਤੇ ਜਾਂਦੇ ਹਨ, ਸਕੁਆਇਰਸ ਮਰਦਾਂ ਲਈ, ਸਰਕਲਸ ਔਰਤਾਂ ਲਈ ਅਤੇ ਸ਼ੇਡਡ ਸਿੰਬਲਸ ਅਫੈਕਟਡ ਇੰਡੀਵਿਜੂਅਲਸ ਲਈ। ਇਸ ਦਾ ਪ੍ਰੈਕਟੀਕਲ ਯੂਜ਼ ਕੀ ਹੈ? ਇਸ ਨਾਲ ਕੀ ਪਤਾ ਲੱਗਦਾ ਹੈ? ਇਸ ਦੇ ਬਹੁਤ ਸਾਰੇ ਯੂਜ਼ਸ ਹਨ। ਇਸ ਨਾਲ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਕੋਈ ਟ੍ਰੇਟ ਕਿੱਥੋਂ ਸ਼ੁਰੂ ਹੋਇਆ। ਅਸੀਂ ਇਹ ਡਿਟਰਮਿਨ ਕਰ ਸਕਦੇ ਹਾਂ ਕਿ ਕੋਈ ਟ੍ਰੇਟ ਡੋਮੀਨੈਂਟ ਹੈ ਜਾਂ ਰਿਸੈਸਿਵ। ਓਕੇ। ਇਹ ਮੈਡੀਕਲ ਸਾਇੰਸ ਰਿਸਰਚ ਵਿੱਚ ਬਹੁਤ ਹੈਲਪਫੁਲ ਹੈ ਅਤੇ ਖਾਸ ਕਰਕੇ ਜੈਨੇਟਿਕ ਕਾਉਂਸਲਿੰਗ ਵਿੱਚ ਇਸ ਦੀ ਬਹੁਤ ਵਰਤੋਂ ਹੁੰਦੀ ਹੈ। ਤਾਂ ਜੈਨੇਟਿਕ ਡਿਸਆਰਡਰਸ ਨੂੰ ਦੋ ਮੇਨ ਕੈਟਾਗਰੀਜ਼ ਵਿੱਚ ਵੰਡ ਸਕਦੇ ਹਾਂ। ਹਾਂ, ਮੋٹے ਤੌਰ ਤੇ ਦੋ ਕੈਟਾਗਰੀਜ਼। ਪਹਿਲੇ, ਮੈਂਡੇਲੀਅਨ ਡਿਸਆਰਡਰਸ, ਜੋ ਇੱਕ ਸਿੰਗਲ ਜੀਨ ਵਿੱਚ ਮਿਊਟੇਸ਼ਨ ਨਾਲ ਹੁੰਦੇ ਹਨ, ਜਿਵੇਂ ਹੀਮੋਫੀਲੀਆ। ਤੇ ਦੂਜੇ ਕ੍ਰੋਮੋਸੋਮਲ ਡਿਸਆਰਡਰਸ, ਜਿੱਥੇ ਪੂਰੇ ਕ੍ਰੋਮੋਸੋਮ ਦਾ ਨੰਬਰ ਜਾਂ ਸਟਰਕਚਰ ਬਦਲ ਜਾਂਦਾ ਹੈ, ਜਿਵੇਂ ਡਾਊਨ ਸਿੰਡਰੋਮ, ਜਿਸ ਵਿੱਚ ਕ੍ਰੋਮੋਸੋਮ 21 ਦੀ ਇੱਕ ਐਕਸਟਰਾ ਕਾਪੀ ਹੁੰਦੀ ਹੈ। ਬਿਲਕੁਲ ਸਹੀ। ਤਾਂ ਕੁੱਲ ਮਿਲਾ ਕੇ ਅੱਜ ਅਸੀਂ ਮੈਂਡਲ ਦੇ ਮਟਰਾਂ ਤੋਂ ਸ਼ੁਰੂ ਕਰਕੇ ਵਿਰਾਸਤ ਦੇ ਬੁਨਿਆਦੀ ਨਿਯਮਾਂ, ਡੋਮੀਨੈਂਸ ਅਤੇ ਸੈਗਰੀਗੇਸ਼ਨ ਨੂੰ ਸਮਝਿਆ। ਹਾਂਜੀ। ਫਿਰ ਅਸੀਂ ਕੋ-ਡੋਮੀਨੈਂਸ ਰਾਹੀਂ ਬਲੱਡ ਗਰੁੱਪਸ ਵਰਗੇ ਕੰਪਲੈਕਸ ਪੈਟਰਨਸ ਦੇਖੇ ਅਤੇ ਟੀ.ਐਚ. ਮੌਰਗਨ ਦੇ ਫਰੂਟ ਫਲਾਈਜ਼ ਦੇ ਕੀਤੇ ਕੰਮ ਬਾਰੇ ਜਾਣਿਆ। ਬਿਲਕੁਲ। ਅੰਤ ਵਿੱਚ ਅਸੀਂ ਮਿਊਟੇਸ਼ਨਸ ਅਤੇ ਪੈਡੀਗਰੀ ਐਨਾਲਿਸਿਸ ਰਾਹੀਂ ਜੈਨੇਟਿਕ ਡਿਸਆਰਡਰਸ ਦੀ ਦੁਨੀਆ ਵਿੱਚ ਛਾਤ ਪਾਈ। ਬਿਲਕੁਲ। ਅਤੇ ਜਾਂਦੇ ਇੱਕ ਵਿਚਾਰ ਤੁਹਾਡੇ ਲਈ ਛੱਡ ਕੇ ਜਾਂਦੇ ਹਾਂ। ਸਾਡੇ ਸੋਰਸਸ ਵਿੱਚ ਪੋਲੀਜੈਨਿਕ ਇਨਹੈਰੀਟੈਂਸ ਦਾ ਜ਼ਿਕਰ ਹੈ। ਹਾਂ, ਅਸਲ ਜ਼ਿੰਦਗੀ ਵਿੱਚ ਤਾਂ ਇੰਨਾ ਸਿੰਪਲ ਨਹੀਂ ਹੁੰਦਾ।
ਨਹੀਂ ਹੁੰਦਾ। ਇਨਸਾਨਾਂ ਦੀ ਹਾਈਟ ਸਿਰਫ ਲੰਬੀ ਜਾਂ ਛੋਟੀ ਨਹੀਂ ਹੁੰਦੀ, ਬਲਕਿ ਇੱਕ ਪੂਰੀ ਰੇਂਜ ਵਿੱਚ ਹੁੰਦੀ ਹੈ। ਇੱਕ ਕੰਟੀਨਿਊਅਸ ਗ੍ਰੇਡੀਐਂਟ। ਹਾਂ, ਇਸੇ ਤਰ੍ਹਾਂ ਸਾਡੀ ਸਕਿਨ ਦਾ ਕਲਰ ਸਿਰਫ ਗੋਰਾ ਜਾਂ ਕਾਲਾ ਨਹੀਂ ਹੁੰਦਾ, ਬਲਕਿ ਹਜ਼ਾਰਾਂ ਵੱਖ-ਵੱਖ ਸ਼ੇਡਸ ਵਿੱਚ ਮੌਜੂਦ ਹੈ। ਇਸ ਤਰ੍ਹਾਂ ਦੇ ਟ੍ਰੇਟਸ ਨੂੰ ਇੱਕ ਜੀਨ ਨਹੀਂ, ਬਲਕਿ ਕਈ ਜੀਨਸ ਮਿਲ ਕੇ ਕੰਟਰੋਲ ਕਰਦੇ ਹਨ। ਅੱਛਾ, ਪੋਲੀਜੈਨਿਕ ਮਤਲਬ ਮੈਨੀ ਜੀਨਸ। ਹਾਂ, ਅਤੇ ਹਰ ਜੀਨ ਦਾ ਥੋੜਾ-ਥੋੜਾ ਐਡਿਟਿਵ ਇਫੈਕਟ ਹੁੰਦਾ ਹੈ। ਜ਼ਰਾ ਸੋਚੋ, ਸਾਡੇ ਆਲੇ-ਦੁਆਲੇ ਕਿੰਨੇ ਸਾਰੇ ਗੁਣ, ਜਿਵੇਂ ਕਿ ਸਾਡੀ ਇੰਟੈਲੀਜੈਂਸ, ਸਾਡਾ ਵਜ਼ਨ, ਸਿਰਫ ਇੱਕ ਜੀਨ ਨਾਲ ਨਹੀਂ, ਬਲਕਿ ਬਹੁਤ ਸਾਰੇ ਜੀਨਸ ਦੇ ਕਲੈਕਟਿਵ ਇਫੈਕਟ ਅਤੇ এনवायरमेंट ਦੇ ਪ੍ਰਭਾਵ ਨਾਲ ਕੰਟਰੋਲ ਹੁੰਦੇ ਹਨ। ਵਾਹ! ਇਹ ਮੈਂਡਲ ਦੇ ਸਿੰਪਲ ਰੂਲਸ ਤੋਂ ਕਿੰਨਾ ਕੰਪਲੈਕਸ ਹੈ, ਅਤੇ ਇਹ ਸਾਨੂੰ ਵੇਰੀਏਸ਼ਨ ਦੀ ਅਸਲ ਖੂਬਸੂਰਤੀ ਬਾਰੇ ਕੀ ਸਿਖਾਉਂਦਾ ਹੈ।